कल वाली मलोड़ की घटना तो ਜਿਹੜੇ ਕੱਲ बीजेपी ਦੇ MLA ਦੇ ਕੱਪੜੇ ਉਤਾਰੇ ਗਏ ਸਾਫ਼ ਸਾਫ਼ ਮੈਸੇਜ ਸਮਝ ਲੈਣਾ ਚਾਹੀਦਾ ਕਿ ਸਮਝ ਲਓ ਕਿ ਇਹ ਸਾਰੀ ਰਾਜਨੀਤਿਕ ਜਮਾਤ ਦੇ ਕੱਪੜੇ ਉਤਾਰਤੇ ਲੋਕਾਂ ਨੇ। ਸਾਡੀ ਜਿਹੜੀ ਰਾਜਨੀਤਿਕ ਜਮਾਤ ਜੇ ਨਾ ਸੁਧਰੀ ਤਾਂ ਫਿਰ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਖਮਿਆਜਾ ਭੁਗਤਣਾ ਪਊਗਾ। ਇਹ ਜਨਾਜ਼ਾ ਕੱਢ ਦਿੱਤਾ ਲੋਕਤੰਤਰ ਦਾ, ਇਹਨਾਂ ਦਾ ਮਾਈਂਡਸੈਟ बीजेपी ਦਾ ਲੋਕਤੰਤਰਿਕ ਨਹੀਂ ਹੈ। ਕੱਲ ਅਜੇ ਭਾਜਪਾ ਨਾਲ ਵਿਰੋਧ ਹੋਇਆ ਔਰ ਜਿਸ ਢੰਗ ਨਾਲ ਕੱਪੜੇ ਫਾੜੇ ਗਏ ਉਹ ਤੇ ਕਿਸਾਨ ਵੀਰਾਂ ਨੇ ਵੀ, ਉਹਨਾਂ ਦੇ ਸੰਯੁਕਤ ਕਿਸਾਨ ਮੋਰਚੇ ਨੇ ਵੀ, ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਵੀ, ਤੇ ਮੈਂ ਵੀ ਉਸ ਗੱਲ ਦੀ ਭਰਸਨਾ ਕਰਦਾ ਇਹ ਕੋਈ ਡੈਮੋਨਸਟ੍ਰੇਸ਼ਨ ਦਾ ਪ੍ਰੋਟੈਸਟ ਕਰਨ ਦਾ ਚੰਗਾ ਤਰੀਕਾ ਨਹੀਂ ਹੈ। ਕੱਲ ਉਹਨਾਂ ਨੇ ਲਿਟਰਲੀ ਨੰਗਾ ਜਿਹੜਾ ਕੀਤਾ ਆ ਉਹ ਦਿਖਾਇਆ ਕਿ ਅਸਲੀ ਚਿਹਰਾ ਕੀ ਆ, ਪਰ ਮੈਂ ਇਸ ਗੱਲ ਦੇ ਹੱਕ 'ਚ ਨਹੀਂ ਆ। ਮੈਂ ਫਿਰ ਇੱਥੇ ਗੱਲ ਕਵਾਂ, केंद्र सरकार वा खिलाफ गुस्सा सी जब जेडे बीजेपी MLA खिलाफ गुस्सा सी, गुस्सा एक्चुअली है किहदे खिलाफ है? ਇਸ ਵੇਲੇ ਕਿਸਾਨ ਰਾਜ ਚੱਲਦਾ, ਕਿਸਾਨ ਦੀ ਰਿੱਟ ਚੱਲਦੀ, ਸਰਕਾਰ ਦੀ ਰਿੱਟ ਨਹੀਂ ਚੱਲਦੀ। ਤੁਸੀਂ ਇੰਨਾ ਲੋਕਾਂ ਨੂੰ ਹਤਾਸ਼ ਕਰ ਦੋਗੇ, ਨਿਰਾਸ਼ ਕਰ ਦੋਗੇ, ਸੁਣੋਗੇ ਨਹੀਂ, ਇਹ ਡੈਮੋਕ੍ਰੇਸੀ ਹੈ। ਜੋ ਲੋਕਾਂ ਦੇ ਨਾਲ ਬੇਇਨਸਾਫੀਆਂ ਲਗਾਤਾਰ ਹਰ ਪੱਧਰ ਤੇ ਹੋ ਰਹੀਆਂ, ਉਹਦਾ ਨਤੀਜਾ ਇਹ ਨਿਕਲਿਆ ਕਿ ਇਸ ਵੇਲੇ ਲੋਕਾਂ ਦੀਆਂ ਬਾਗੀ ਸੁਰਾਂ बहुत ਉੱਚੀਆਂ ਹੋ ਚੁੱਕੀਆਂ, ਲੋਕਾਂ ਦੇ ਤੇਵਰ ਬਹੁਤ ਤਿੱਖੇ ਹੋ ਚੁੱਕੇ ਹੈ। ਦਿੱਲੀ ਦੀ ਜਿਹੜੀ ਘੇਰਾਬੰਦੀ ਇੰਨੇ ਵੱਡੇ ਪੱਧਰ ਤੇ 4 ਮਹੀਨੇ ਤੋਂ ਉੱਪਰ ਟਾਈਮ ਹੋ ਗਿਆ, 300 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਆ, ਪਰ ਮੋਦੀ ਜੀ ਨੂੰ ਚੋਣਾਂ ਲੜਨ ਲਈ ਬੰਗਲਾਦੇਸ਼ ਤੱਕ ਤੇ ਜਾਣ ਦਾ ਵੇਲ ਹੈਗਾ, ਉੱਥੇ ਮੰਦਿਰਾਂ ਦੇ ਵਿੱਚ ਘੰਟੀਆਂ ਵਜਾਉਣ ਦਾ ਤੇ ਵੇਲ ਹੈਗਾ, ਪਰ ਇੱਥੇ ਆ ਕੇ ਸਿੰਘੂ ਬਾਰਡਰ ਤੇ ਬੈਠੇ ਲੋਕਾਂ ਨੂੰ ਮਿਲਣ ਦਾ ਟਾਈਮ ਨਹੀਂ। मैं ये दसना चाहना हैगा कि किसान बहुत दुखी है। उस किसान की जिन्हों असी अन्नदाता कहने वो दुर्दशा हो रही है। इन्ने लोगों के परिवारों के विचों जी चले गए है, मौत के घाट उतर गए है, तो फिर उन्हों का जिहड़ा गुस्सा हैगा वो किसी ना किसी रूप दे विच फुटना वाजिब है। ਜਿਹੜਾ ਇੱਕ ਭਾਜਪਾ ਦੇ ਵਿਧਾਇਕ MLA ਦੇ ਕੱਪੜੇ ਉਤਾਰੇ, ਉਹਨੂੰ ਨੰਗਾ ਕੀਤਾ, ਤਾਂ ਇਹ ਦਿਨ ਦੂਰ ਨਹੀਂ ਹੈ ਜਦੋਂ ਲੋਕੀ ਸੜਕਾਂ ਤੇ ਆ ਜਾਣਗੇ ਕਿ ਇਹ ਜਿਹੜੀ ਸਰਕਾਰ ਹੈ, ਇਹ ਜਿਹੜੇ ਇਹਦੇ ਕੱਪੜੇ ਉਤਾਰੇ ਜਾ ਰਹੇ ਆ, ਜੇ ਇੱਕ MLA ਦੇ ਉਤਾਰੇ ਗਏ ਆ, ਕੱਲ ਨੂੰ ਪਤਾ ਨਹੀਂ ਕਿੰਨਿਆਂ ਦੇ ਉਤਰਨੇ ਆ। ਸਭ ਤੋਂ ਵੱਡੀ ਤਾਂ ਇੱਕ ਈਗੋ ਹੈਗੀ ਆ ਇੱਕ ਆਦਮੀ ਦੀ, ਜਿਹੜਾ ਕਿ ਆਪਣੇ ਆਪ ਨੂੰ ਬਹੁਤ ਵੱਡਾ ਸਮਝ ਰਿਹਾ ਹੈਗਾ। ਇਹ ਆਪਣਾ ਇਹ ਉਹਦਾ ਭੁਲੇਖਾ ਹੈਗਾ, ਕਿਉਂਕਿ ਲੋਕੀ ਜੇ ਸਰਕਾਰ ਚੁਣਦੇ ਆ ਤਾਂ ਲੋਕੀ ਸਰਕਾਰ ਲਾਉਣਾ ਵੀ ਜਾਣਦੇ ਆ। ਸਾਡੇ ਮਾਨਯੋਗ ਪ੍ਰਾਈਮ ਮਿਨਿਸਟਰ ਸਾਹਿਬ ਹੈ, ਉਹ ਉਹਨਾਂ ਨੂੰ ਕਦੇ ਰੇਲਾਂ ਵੇਚ ਰਹੇ ਆ, ਕਦੇ 에ਅਰਪੋਰਟ ਵੇਚ ਰਹੇ ਆ, ਕਦੇ ਬੰਦਰਗਾਹਾਂ ਵੇਚ ਰਹੇ ਆ, ਕਦੇ ਕੋਲ ਮਾਈਨ ਵੇਚ ਰਹੇ ਆ, ਇੱਕੋ ਬੰਦੇ ਨੂੰ ਵੇਚੀ ਜਾਂਦੇ ਆ। ਮੈਂ ਤੁਹਾਨੂੰ ਦੱਸਦਾ 2014 ਤੋਂ ਲੈ ਕੇ ਹੁਣ ਤੱਕ 6 ਲੱਖ ਲੋਕਾਂ ਦੀ ਨੌਕਰੀ ਜਾ ਚੁੱਕੀ ਹੈ। ਕਿਉਂਕਿ ਇਹ ਭਾਰਤ ਦੇ ਹਰੇਕ ਨਾਗਰਿਕ ਵਾਸਤੇ ਮੌਤ ਦਾ ਫਤਵਾ ਹੈ, 3 ਕਾਲੇ ਕਾਨੂੰਨ। ਭਾਰਤ ਇਸ ਟਾਈਮ ਜਾਗ ਚੁੱਕਿਆ। ਸੋ ਇਹ ਤੁਹਾਨੂੰ ਪੰਜਾਬ ਦੇਖਿਆ, ਹੁਣ ਤੁਹਾਨੂੰ ਇਹ ਹੌਲੀ ਹੌਲੀ ਇਹ ਅੱਗੋਂ ਨੂੰ ਫੈਲਦਾ ਪੂਰੇ ਭਾਰਤ 'ਚ ਵੀ ਇਸ ਤਰ੍ਹਾਂ ਹੀ BJP ਦੇ ਲੋਕ ਇਹ ਕੱਪੜੇ ਲਾਉਣਗੇ, ਕਿਉਂਕਿ ਜਨ ਲੋਕ ਲਹਿਰ ਖੜੀ ਹੋ ਚੁੱਕੀ ਹੈ। ਸਰ ਕਿਸਾਨ ਨਹੀਂ ਗੁੱਸੇ 'ਚ ਹੈਗੇ, ਭਾਰਤ ਦਾ ਹਰ ਨਾਗਰਿਕ ਗੁੱਸੇ 'ਚ। नमस्कार, सत श्री अकाल जी। खबर दिन भर देख रहे सारे दर्शकों का बहुत बहुत स्वागत है। ਆਪਾਂ ਗੱਲ ਕਰਨ ਜਾ ਰਹੇ ਹਾਂ ਜਿਹੜੇ ਕਾਲੇ ਕਾਨੂੰਨ, ਖੇਤੀ ਦੇ ਕਾਲੇ ਕਾਨੂੰਨ ਸੈਂਟਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੇ। ਕਿਸਾਨ ਤਕਰੀਬਨ 4 ਮਹੀਨਿਆਂ ਤੋਂ ਦਿੱਲੀ ਦੇ ਸਿੰਧੂ ਬਾਰਡਰ ਤੇ ਬੈਠੇ ਨੇ, ਉਹਨਾਂ ਨੂੰ ਕੋਈ ਵੀ ਇਨਸਾਫ ਨਹੀਂ ਦਿੱਤਾ ਜਾ ਰਿਹਾ, ਜਿਸ ਕਰਕੇ ਕਿਸਾਨਾਂ ਵੱਲੋਂ ਇੱਕ 26 ਤਰੀਕ ਦੀ ਕਾਲ ਵੀ ਦਿੱਤੀ ਗਈ ਸੀ ਪੰਜਾਬ ਦੀ, ਜਿਹੜੀ ਕਿ ਪੂਰਨ ਸਫਲ ਹੋਈ ਹੈ। ਹੁਣ ਇੱਕ ਨਵਾਂ ਮਾਮਲਾ ਇਸ ਬਾਰੇ ਸਾਹਮਣੇ ਆਇਆ ਹੈ। BJP ਦੇ ਜਿੱਥੇ ਆਮ ਕਿਸਾਨ ਤਾਂ ਖਿਲਾਫ ਸੀ, ਲੋਕ ਵੀ ਬਹੁਤ ਜ਼ਿਆਦਾ ਖਿਲਾਫ ਹੋ ਚੁੱਕੇ ਨੇ। ਉਹਨਾਂ ਨੇ ਜਿੱਥੇ ਆਪਣੇ ਮਨੋਰ ਦੇ ਕੱਲ ਦੀ ਡੇਟ ਦੇ ਵਿੱਚ, ਕੱਲ ਦੀ ਖਬਰ ਤੁਹਾਨੂੰ ਦੱਸ ਰਹੇ ਸੀ, ਜਿਸ ਸਮੇਂ ਕਿਸਾਨਾਂ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਗੁੱਸਾ 7ਵੇਂ ਅਸਮਾਨ ਤੇ ਹੈ, ਜਿਸ ਦੇ ਮੱਦੇ ਸ਼ਨੀਵਾਰ ਨੂੰ ਪੰਜਾਬ ਸੂਬੇ ਵਿੱਚ ਕਿਸਾਨਾਂ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਭਾਜਪਾ ਆਗੂਆਂ ਨੇ ਸੂਬੇ ਵਿੱਚ ਕਾਂਗਰਸ ਦੇ 4 ਸਾਲ ਪੂਰੇ ਹੋਣ ਦੇ ਮਗਰੋਂ ਵੀ ਸਰਕਾਰੀ ਨਾਕਾਮੀਆਂ ਨੂੰ ਜਨਤਾ ਸਾਹਮਣੇ ਲਿਆਉਣ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰੈਸ ਕਾਨਫਰੰਸਾਂ ਕੀਤੀਆਂ ਜਾਣੀਆਂ ਸੀ, ਪਰ ਇਸ ਦੌਰਾਨ ਉਲਟਾ ਭਾਜਪਾ ਆਗੂਆਂ ਨੂੰ ਹੀ ਕਿਸਾਨਾਂ ਦੇ ਜ਼ੋਰਦਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਗਿਆ। ਅਜਿਹੀ ਵਿਰੋਧੀ ਘਟਨਾ ਮਲੋੜ ਦੇ ਸਾਹਮਣੇ ਆਈ ਹੈ, ਜਿੱਥੇ ਭਾਜਪਾ ਦੇ ਹਲਕਾ ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ਵੱਲੋਂ ਪ੍ਰੈਸ ਕਾਨਫਰੰਸ ਕਰਨੀ ਸੀ, ਪਰ ਜਦੋਂ ਉਹ ਘਰੋਂ ਬਾਹਰ ਨਿਕਲੇ ਸਾਰੀ ਉਹਨਾਂ ਨੂੰ ਭਾਰੀ ਵਿਰੋਧ ਲੋਕਾਂ ਦਾ ਸਾਹਮਣਾ ਕਰਨਾ ਪੈ ਗਿਆ। ਕਿਸਾਨਾਂ ਵੱਲੋਂ ਉਹਨਾਂ ਨੂੰ ਜ਼ਬਰਦਸਤ ਮਾਰਕੁੱਟ ਕੀਤੀ ਗਈ ਹੈ ਤੇ
ਭਾਜਪਾ ਸਰਕਾਰ ਨੂੰ ਸਿਰੇ ਤੋਂ ਕਿਸਾਨਾਂ ਵੱਲੋਂ ਤੇ ਆਮ ਲੋਕਾਂ ਵੱਲੋਂ ਸਿਰੇ ਤੋਂ ਨਕਾਰ ਦਿੱਤਾ ਗਿਆ ਹੈ। ਸਾਡੇ ਨਾਲ ਕੁਝ ਕਿਸਾਨ ਦੇ ਆਗੂ ਵੱਡੇ ਆਗੂ ਮੌਜੂਦ ਨੇ। ਅਸੀਂ ਇਸ ਟਾਈਮ ਲੁਧਿਆਣਾ ਦੇ ਮਹਾ ਪੰਚਾਇਤ ਜਿੱਥੇ ਹੋਣ ਜਾ ਰਹੀ ਹੈ ਉੱਥੇ ਖੜੇ ਆ। ਸਾਡੇ ਨਾਲ ਪ੍ਰੋਫੈਸਰ ਸਾਹਿਬ ਨੇ। ਪ੍ਰੋਫੈਸਰ ਸਾਹਿਬ, ਤੁਹਾਡੇ ਤੋਂ ਇਹ ਪੁੱਛਣਾ ਚਾਹੂੰਗਾ ਵੀ ਕੀ ਕਾਰਨ ਸਮਝਦੇ ਹੋ ਵੀ ਜਿਹੜਾ ਭਾਜਪਾ ਦਾ ਇੰਨਾ ਵਿਰੋਧ ਹੋ ਰਿਹਾ ਇਹਦੇ ਬਾਰੇ ਤੇ ਕ੍ਰਿਸ਼ੀ ਕਾਨੂੰਨਾਂ ਬਾਰੇ ਤੁਹਾਡੇ ਕੋਲ ਪੁੱਛਣਾ ਚਾਹੁੰਦਾ। ਦੇਖੋ, ਕੱਲ ਅਜੇ ਭਾਜਪਾ ਨਾਲ ਵਿਰੋਧ ਹੋਇਆ ਔਰ ਜਿਸ ਢੰਗ ਨਾਲ ਕੱਪੜੇ ਫਾੜੇ ਗਏ ਉਹ ਤੇ ਕਿਸਾਨ ਵੀਰਾਂ ਨੇ ਵੀ, ਉਹਨਾਂ ਦੇ ਸੰਯੁਕਤ ਕਿਸਾਨ ਮੋਰਚੇ ਨੇ ਵੀ, ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਵੀ ਤੇ ਮੈਂ ਵੀ ਉਸ ਗੱਲ ਦੀ ਭਰਤਸਨਾ ਕਰਦਾ। ਇਹ ਕੋਈ ਡੈਮੋਨਸਟ੍ਰੇਸ਼ਨ ਦਾ, ਪ੍ਰੋਟੈਸਟ ਕਰਨ ਦਾ ਚੰਗਾ ਤਰੀਕਾ ਨਹੀਂ ਹੈ। ਪਰ ਨਾਲ ਹੀ ਇਹ ਵੀ ਤੁਸੀਂ ਸਮਝ ਲਓ ਕਿ ਸਾਡੀ ਜਿਹੜੀ ਰਾਜਨੀਤਿਕ ਜਮਾਤ ਆ ਉਸ ਨੂੰ ਸਾਫ਼-ਸਾਫ਼ ਸਮਝ ਲੈਣਾ ਚਾਹੀਦਾ ਕਿ ਲੋਕਾਂ ਦਾ ਜਿਹੜਾ ਗੁੱਸਾ ਆ ਇਸ ਵੇਲੇ, ਲੋਕਾਂ ਦਾ ਆਕਰੋਸ਼, ਲੋਕਾਂ ਦੀ ਬੇਵਿਸ਼ਵਾਸੀ ਇਸ ਜਮਾਤ ਦੇ ਉੱਤੇ ਇੰਨੀ ਭਾਰੀ ਹੋ ਚੁੱਕੀ ਹੈ ਕਿ ਉਹ ਅੱਜ ਤੇ ਬੀਜੇਪੀ ਦੇ ਕੱਪੜੇ ਲਾ ਰਹੇ ਆ ਮੈਟਾਫੋਰਿਕਲੀ। ਮਤਲਬ ਉਹ ਅਸਲ 'ਚ ਇਸ ਹਮਾਮ 'ਚ ਲੋਕਾਂ ਦੇ ਸਾਹਮਣੇ ਸਾਰੇ ਨੰਗੇ ਹੈਗੇ। ਕੱਪੜੇ ਪਾਉਣਾ ਇੱਕ ਦੂਜੇ ਢੰਗ ਨਾਲ, ਮੈਂ ਲਿਟਰੇਰੀ ਭਾਸ਼ਾ 'ਚ ਕਹਿ ਰਿਹਾ ਹਾਂ ਕਿ ਕੱਲ ਉਹਨਾਂ ਨੇ ਲਿਟਰਲੀ ਨੰਗਾ ਜਿਹੜਾ ਕੀਤਾ ਆ ਉਹ ਦਿਖਾਇਆ ਕਿ ਅਸਲੀ ਚਿਹਰਾ ਕੀ ਆ। ਪਰ ਮੈਂ ਇਸ ਗੱਲ ਦੇ ਹੱਕ 'ਚ ਨਹੀਂ ਆ। ਮੈਂ ਫਿਰ ਇੱਥੇ ਗੱਲ ਕਵਾਂ, ਇਹ ਤੁਸੀਂ ਪ੍ਰੋਫੈਸਰ ਤੁਹਾਨੂੰ ਇਹ ਨਹੀਂ ਲੱਗਦਾ ਵੀ ਇਹ ਲੋਕਾਂ ਦਾ ਜਿਹੜਾ ਕਿਸਾਨਾਂ ਦਾ ਗੁੱਸਾ ਹੈ? ਇੱਕ ਤਾਂ 4 ਮਹੀਨੇ ਤੋਂ ਕਿਸਾਨ ਉੱਥੇ ਬੈਠੇ, ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਸੀ ਕੇਂਦਰ ਸਰਕਾਰ ਵੱਲੋਂ। ਕੇਂਦਰ ਸਰਕਾਰ ਖਿਲਾਫ ਗੁੱਸਾ ਸੀ ਜਾਂ ਜਿਹੜੇ ਬੀਜੇਪੀ ਐਮਐਲਏ ਖਿਲਾਫ ਗੁੱਸਾ ਸੀ? ਗੁੱਸਾ ਐਕਚੁਅਲੀ ਹੈ ਕਿਹਦੇ ਖਿਲਾਫ ਹੈ? ਨਹੀਂ ਬਿਲਕੁਲ ਇਹ ਤੇ ਸਾਰੀ ਸਰਕਾਰ ਦੇ ਵਿਰੋਧੀ ਹੈ। ਮੈਂ ਤੇ ਬਿਲਕੁਲ ਅਗਲੀ ਗੱਲ ਮੈਂ ਜਿਹੜੀ ਨਾਲ ਜੋੜਨਾ ਚਾਹੁੰਦਾ ਕਿ ਜੇ ਤੌਰ ਤਰੀਕੇ ਸਰਕਾਰਾਂ ਦੇ ਨਾ ਸੁਧਰੇ ਤੇ ਦੇਸ਼ ਦੇ ਅੰਦਰ ਤੇ ਪੰਜਾਬ ਅੰਦਰ, ਖਾਸ ਕਰਕੇ ਹਰਿਆਣੇ ਦੇ ਅੰਦਰ ਵੀ ਇੱਕ ਇਹੋ ਜਿਹਾ ਮਾਹੌਲ ਬਣਦਾ ਜਾ ਰਿਹਾ ਕਿ ਇੱਕ ਲੌਲੈਸਨੈਸ ਜਿਹਨੂੰ ਕਹਿੰਦੇ ਆ, ਇੱਥੇ ਅਫਰਾ ਤਫਰੀ ਦਾ ਮਾਹੌਲ ਬਣੂਗਾ। ਕੋਈ ਇੱਥੇ ਕਾਨੂੰਨ ਦਾ ਰਾਜ ਨਹੀਂ ਹੋਊਗਾ। ਲੋਕ ਜਗ੍ਹਾ ਜਗ੍ਹਾ ਤੇ ਆਪਣੇ ਤੌਰ ਤੇ, ਪਹਿਲਾਂ ਤੁਸੀਂ ਦੇਖ ਲਓ ਸਾਰੇ ਪੰਜਾਬ ਦੇ ਵਿੱਚ ਇਸ ਵੇਲੇ ਕਿਸਾਨ ਰਾਜ ਚੱਲਦਾ, ਕਿਸਾਨ ਦੀ ਰਿੱਟ ਚੱਲਦੀ, ਸਰਕਾਰ ਦੀ ਰਿੱਟ ਨਹੀਂ ਚੱਲਦੀ। ਤੁਸੀਂ ਇੰਨਾ ਲੋਕਾਂ ਨੂੰ ਹਤਾਸ਼ ਕਰ ਦੋਗੇ, ਨਿਰਾਸ਼ ਕਰ ਦੋਗੇ, ਸੁਣੋਗੇ ਨਹੀਂ। ਇਹ ਡੈਮੋਕ੍ਰੇਸੀ ਹੈ। ਇਸ ਕਰਕੇ ਜੋ ਹਾਲਾਤ ਪੰਜਾਬ ਦੇ ਵਿੱਚ ਬਣਾ ਲਏ ਆ, ਜੋ ਲੋਕਾਂ ਦੇ ਨਾਲ ਬੇਇਨਸਾਫੀਆਂ ਲਗਾਤਾਰ ਹਰ ਪੱਧਰ ਤੇ ਹੋ ਰਹੀਆਂ, ਉਹਦਾ ਨਤੀਜਾ ਇਹ ਨਿਕਲਿਆ ਕਿ ਇਸ ਵੇਲੇ ਲੋਕਾਂ ਦੀਆਂ ਬਾਗੀ ਸੁਰਾਂ ਬਹੁਤ ਉੱਚੀਆਂ ਹੋ ਚੁੱਕੀਆਂ, ਲੋਕਾਂ ਦੇ ਤੇਵਰ ਬਹੁਤ ਤਿੱਖੇ ਹੋ ਚੁੱਕੇ ਹੈ। ਕੱਲ ਵਾਲੀ ਮਲੋੜ ਦੀ ਘਟਨਾ ਤੋਂ ਜਿਹੜੇ ਕੱਲ ਬੀਜੇਪੀ ਦੇ ਐਮਐਲਏ ਦੇ ਕੱਪੜੇ ਉਤਾਰੇ ਗਏ, ਸਾਫ਼ ਮੈਸੇਜ ਸਮਝ ਲੈਣਾ ਚਾਹੀਦਾ ਕਿ ਸਮਝ ਲਓ ਕਿ ਇਹ ਸਾਰੀ ਰਾਜਨੀਤਿਕ ਜਮਾਤ ਦੇ ਕੱਪੜੇ ਉਤਾਰਤੇ ਲੋਕਾਂ ਨੇ। ਜੇ ਇਸ ਨੂੰ ਇਸ ਤਰੀਕੇ ਨਾਲ ਨਾ ਅਜੇ ਵੀ ਸੁਧਰੇ, ਸਾਡੀ ਜਿਹੜੀ ਰਾਜਨੀਤਿਕ ਜਮਾਤ ਜੇ ਨਾ ਸੁਧਰੀ, ਤਾਂ ਫਿਰ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਖਮਿਆਜਾ ਭੁਗਤਣਾ ਪਊਗਾ। ਫਿਰ ਇਹ ਬਹੁਤ ਲੇਟ ਹੋ ਜਾਊਗਾ ਕਿ ਜਦੋਂ ਤੱਕ ਉਹਨਾਂ ਨੂੰ ਹੋਸ਼ ਆਊਗੀ ਉਦੋਂ ਤੱਕ ਬਹੁਤ ਲੇਟ ਹੋ ਜਾਊਗਾ। ਚਾਹੀਦਾ ਇਹ ਹੈ ਕਿ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨ ਕੇ ਔਰ ਜਿਹੜੀ ਐਮਐਸਪੀ ਕਹਿ ਰਹੇ ਉਹ ਦੇ ਕੇ ਤੁਰੰਤ ਜਲਦੀ ਤੋਂ ਜਲਦੀ ਉਹਨਾਂ ਨੂੰ ਘਰਾਂ ਨੂੰ ਇੱਕ ਵਾਰੀ ਭੇਜਣਾ ਚਾਹੀਦਾ। ਦਿੱਲੀ ਦੀ ਜਿਹੜੀ ਘੇਰਾਬੰਦੀ ਇੰਨੇ ਵੱਡੇ ਪੱਧਰ ਤੇ 4 ਮਹੀਨੇ ਤੋਂ ਉੱਪਰ ਟਾਈਮ ਹੋ ਗਿਆ, 300 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਆ। ਪਰ ਮੋਦੀ ਜੀ ਨੂੰ ਚੋਣਾਂ ਲੜਨ ਲਈ ਬੰਗਲਾਦੇਸ਼ ਤੱਕ ਤੇ ਜਾਣ ਦਾ ਵੇਲ ਹੈਗਾ, ਉੱਥੇ ਮੰਦਿਰਾਂ ਦੇ ਵਿੱਚ ਘੰਟੀਆਂ ਵਜਾਉਣ ਦਾ ਤੇ ਵੇਲ ਹੈਗਾ, ਪਰ ਇੱਥੇ ਆ ਕੇ ਸਿੰਘੂ ਬਾਰਡਰ ਤੇ ਬੈਠੇ ਲੋਕਾਂ ਨੂੰ ਮਿਲਣ ਦਾ ਟਾਈਮ ਨਹੀਂ। ਇਹ ਜਨਾਜ਼ਾ ਕੱਢ ਦਿੱਤਾ ਲੋਕਤੰਤਰ ਦਾ। ਇਹਨਾਂ ਦਾ ਮਾਈਂਡ ਸੈੱਟ ਬੀਜੇਪੀ ਦਾ ਲੋਕਤੰਤਰਿਕ ਨਹੀਂ ਹੈ, ਫਾਸਿਸਟ ਮਾਈਂਡ ਹੈ, ਇੱਕ ਕਮਿਊਨਲ ਮਾਈਂਡ ਹੈ। ਲੋਕਾਂ 'ਚ ਬੇਇਨਸਾਫੀ ਦਾ ਬੋਲਬਾਲਾ ਵਧਾ ਕੇ, ਲੋਕਾਂ 'ਚ ਆਪਸੀ ਨਫ਼ਰਤ ਫੈਲਾ ਕੇ ਉਸ ਕਿਸਮ ਨਾਲ ਰਾਜ ਕਰਨਾ ਚਾਹੁੰਦੇ ਆ। ਇਸ ਨੂੰ ਜੇ ਤੁਰੰਤ ਰੋਕ ਨਾ ਲਾਈ ਤੇ ਸੰਵਿਧਾਨ ਮੁਤਾਬਕ ਦੇਸ਼ ਨੂੰ ਚਲਾਉਣ ਦਾ ਇਹਨਾਂ ਦਾ ਜਿਹੜਾ ਨਿਸ਼ਚੈ ਹੈ, ਜਿਹਦੇ ਤੇ ਆਪਣੀ ਹਮੇਸ਼ਾ ਇਹ ਆਪਣੀ ਮੋਹਰ ਲਾ ਕੇ ਜੇ ਤੇ ਸਹੁੰ ਚੁੱਕ ਕੇ ਮਿਨਿਸਟਰ ਸਾਹਿਬਾਨ ਬਣਦੇ ਆ, ਪ੍ਰਧਾਨ ਮੰਤਰੀ ਬਣਦੇ ਆ, ਸਾਰਾ ਕੁਝ ਬਣਦੇ ਆ, ਤਾਂ ਉਸ ਦੀ ਸਹੁੰ ਦੇ ਮੁਤਾਬਕ ਜੇ ਕੰਮ ਨਾ ਇਹਨਾਂ ਨੇ ਕਰਨਾ ਸ਼ੁਰੂ ਕੀਤਾ ਤਾਂ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਨੂੰ ਇਕੱਠਾ ਰੱਖਣਾ ਬਹੁਤ ਮੁਸ਼ਕਲ ਹੋ ਜਾਊ। ਇਸ ਟਾਈਮ ਸਾਡੇ ਨਾਲ ਦੂਸਰੇ ਸਪੋਕਸਮੈਨ ਸਾਡੇ ਨਾਲ ਸਾਬਕਾ ਆਈਐਸ ਅਫਸਰ ਜਿਹੜੇ ਨੇ ਐਸਆਰ ਲੱਦਰ ਸਾਹਿਬ ਮੌਜੂਦ ਨੇ। ਉਹਨਾਂ ਦੀ ਰਾਏ ਜਾਣਨਾ। ਲੱਦਰ ਸਾਹਿਬ, ਨੋਟ ਇੱਕ ਕਾਂਡ ਹੋ ਗਿਆ ਜਿਹੜੇ ਬੀਜੇਪੀ ਦੇ ਐਮਐਲਏ ਸਾਹਿਬ ਨੂੰ ਇਹਨਾਂ ਨੇ ਕੁੱਟ ਦਿੱਤਾ ਗਿਆ ਕਿਸਾਨਾਂ ਵੱਲੋਂ ਜਾਂ ਆਮ ਲੋਕਾਂ ਵੱਲੋਂ, ਜੋ ਵੀ ਤੁਸੀਂ ਕਹਿ ਸਕਦੇ ਹੋ, ਕੱਪੜੇ ਤੱਕ ਪਾੜ ਦਿੱਤੇ ਗਏ ਉਹਨਾਂ ਨੂੰ। ਕੀ ਤੁਸੀਂ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਕਿ ਬੀਜੇਪੀ ਦੇ ਖਿਲਾਫ ਹੁਣ ਲੋਕਾਂ ਦਾ ਗੁੱਸਾ ਖੁੱਲ੍ਹ ਕੇ ਸਾਹਮਣੇ ਆ ਰਿਹਾ? ਦੇਖੋ, ਮੈਂ ਤੁਹਾਡੇ ਰਾਹੀਂ ਤੁਹਾਡੇ ਦਰਸ਼ਕਾਂ ਨੂੰ ਤੇ ਸਾਰੇ ਆਪਣਾ ਜਿਹੜੇ ਵੀ ਤੁਹਾਡੇ ਚੈਨਲ ਨੂੰ ਦੇਖਦੇ ਆ, ਮੈਂ ਇਹ ਦੱਸਣਾ ਚਾਹੁੰਦਾ ਹੈਗਾ ਕਿ ਕਿਸਾਨ ਬਹੁਤ ਦੁਖੀ ਹੈ। ਕਿਸਾਨ ਜਿਹੜਾ ਪਿਛਲੇ ਤਕਰੀਬਨ 3-4 ਮਹੀਨਿਆਂ ਤੋਂ ਬਾਰਡਰ ਤੇ ਬੈਠਾ ਆ, 300 ਤੋਂ ਵੱਧ ਮੌਤਾਂ ਵੀ ਹੋ ਗਈਆਂ।
ਲੇਕਿਨ ਕੇਂਦਰ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ। ਬਿਲਕੁਲ ਇਨਸੈਂਸਿਟਿਵ ਆਪਣੇ ਲੋਕਾਂ ਦੇ ਪ੍ਰਤੀ ਹੀ ਜਿਹੜੇ ਸਾਡੇ ਦੇਸ਼ ਦੇ ਆਪਣੇ ਕਿਸਾਨ, ਜਿਨ੍ਹਾਂ ਸਾਡੇ ਦੇਸ਼ ਨੂੰ ਭੁੱਖਮਰੀ ਚੋਂ ਕੱਢਿਆ, ਜਿਹਨੇ ਸਾਡੇ ਦੇਸ਼ ਨੂੰ ਜਿਹੜੇ ਅਕਾਲ ਪੈਂਦੇ ਸੀ, ਲੱਖਾਂ ਲੋਕੀ ਮਰ ਜਾਂਦੇ ਸੀ ਭੁੱਖ ਤੋਂ, ਉਹਨਾਂ ਨੂੰ ਉਸ ਸਥਿਤੀ ਚੋਂ ਕੱਢਿਆ, ਜਿਹਦੇ ਵਾਸਤੇ ਆਪਣਾ ਪਹਿਲੇ ਪ੍ਰਧਾਨ ਮੰਤਰੀ ਜਿਹੜੇ ਦੂਜੇ ਪ੍ਰਧਾਨ ਮੰਤਰੀ ਸਾਡੇ ਲਾਲ ਬਹਾਦਰ ਸ਼ਾਸਤਰੀ ਜੀ ਨੇ ਨਾਅਰਾ ਦਿੱਤਾ ਸੀ, ਜੈ ਜਵਾਨ ਜੈ ਕਿਸਾਨ। ਜਿੱਥੇ ਅਸੀਂ ਆਪਣਾ ਬੈਗਿੰਗ ਬਾਊਲ ਲੈ ਕੇ ਦੂਜੇ ਦੇਸ਼ਾਂ ਦੇ ਵਿੱਚ ਆਪਣਾ ਅਨਾਜ ਮੰਗਣ ਜਾਂਦੇ ਸੀ, ਉਸ ਕਿਸਾਨ ਦੀ ਜਿਹਨੂੰ ਅਸੀਂ ਅੰਨਦਾਤਾ ਕਹਿੰਦੇ ਹਾਂ, ਉਹਦੀ ਦੁਰਦਸ਼ਾ ਹੋ ਰਹੀ ਹੈ। ਇੰਨੇ ਲੋਕਾਂ ਦੇ ਪਰਿਵਾਰਾਂ ਦੇ ਵਿੱਚੋਂ ਜੀ ਚਲੇ ਗਏ ਹੈਗੇ ਆ, ਮੌਤ ਦੇ ਘਾਟ ਉਤਰ ਗਏ ਹੈਗੇ ਆ, ਤਾਂ ਫਿਰ ਉਹਨਾਂ ਦਾ ਜਿਹੜਾ ਗੁੱਸਾ ਹੈਗਾ ਆ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਫੁੱਟਣਾ ਵਾਜਬ ਹੈ, ਉਹ ਫੁੱਟਣਾ ਸੀਗਾ। ਮੈਂ ਕਿਤੇ ਇਹ ਵੀ ਗੱਲ ਕਹਿਣਾ ਚਾਹੁੰਦਾ ਆ ਕਿ ਅਸੀਂ ਆਪਣਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੋਂ ਸੇਧ ਲੈਂਦੇ ਆ। ਬਾਬੇ ਨਾਨਕ ਨੇ ਕਿਹਾ ਸੀਗਾ, ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ। ਤੋਂ ਮੰਦੇ ਕੰਮ ਜਿਹੜੇ ਹੈਗੇ ਆ ਇਹਦੇ ਵਿੱਚ ਕੌਣ ਕਰ ਰਿਹਾ, ਇਹਦੇ ਵਿੱਚ ਭੁਲੇਖਾ ਨਹੀਂ ਹੈ। ਸਾਡੇ ਪੰਜਾਬ ਦੀ ਜਿਹੜੀ ਜਨਤਾ ਆ, ਸਾਡਾ ਜਿਹੜਾ ਸਿੱਖ ਭਾਈਚਾਰਾ ਆ, ਸਾਡਾ ਜਿਹੜਾ ਕਿਸਾਨ ਭਾਈਚਾਰਾ ਆ, ਉਹ ਬਹੁਤ ਸੈਂਸਿਟਿਵ ਹੈ। ਉਹਨਾਂ ਨੂੰ ਆਪਣੇ ਹੱਕਾਂ ਦਾ ਪਤਾ ਹੈਗਾ ਆ। ਪਹਿਲਾਂ ਪਗੜੀ ਸੰਭਾਲ ਜੱਟਾ ਲਹਿਰ ਜਦੋਂ ਅੰਗਰੇਜ਼ਾਂ ਦੇ ਵੇਲੇ ਚੱਲੀ ਸੀ, ਉਸ ਵੇਲੇ ਅੰਗਰੇਜ਼ਾਂ ਨੂੰ ਆਪਣੇ ਕਾਲੇ ਕਾਨੂੰਨ ਵਾਪਸ ਲੈਣੇ ਪਏ ਸੀਗੇ। ਸਾਡੀ ਆਪਣੀ ਸਰਕਾਰ, ਸਾਡੀ ਆਪਣੀ ਚੁਣੀ ਹੋਈ ਸਰਕਾਰ, ਲੋਕਾਂ ਦੇ ਭਲੇ ਦੀ ਚੁਣੀ ਹੋਈ ਸਰਕਾਰ, ਉਹ ਲੋਕਾਂ ਦੀ ਗੱਲ ਨਹੀਂ ਸੁਣ ਰਹੀ। ਤਾਂ ਮੈਂ ਸਮਝਦਾ ਹੈਗਾ ਕਿ ਇਹ ਜਿਹੜਾ ਆਪਣਾ ਕਿਸਾਨਾਂ ਦੇ ਵਿੱਚ ਰੋਹ ਸੀਗਾ, ਜਿਹੜਾ ਇੱਕ ਭਾਜਪਾ ਦੇ ਵਿਧਾਇਕ MLA ਦੇ ਕੱਪੜੇ ਉਤਾਰੇ, ਉਹਨੂੰ ਨੰਗਾ ਕੀਤਾ, ਤਾਂ ਇਹ ਦਿਨ ਦੂਰ ਨਹੀਂ ਹੈ ਜਦੋਂ ਲੋਕੀ ਸੜਕਾਂ ਤੇ ਆ ਜਾਣਗੇ। ਜਿਵੇਂ ਪ੍ਰੋਫੈਸਰ ਸਾਹਿਬ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਘੱਟੋ ਘੱਟ, ਹਰਿਆਣਾ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ ਇਹ ਕਿਸਾਨਾਂ ਦੀ ਰੇਟ ਚੱਲ ਰਹੀ ਹੈ। ਇੱਥੇ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਦੱਸੋ ਸਰਕਾਰ, ਤੁਸੀਂ ਇੱਕ ਅਹਿਮ ਅਹੁਦੇ ਤੇ ਰਹੇ ਹੋ ਸਰਕਾਰ ਦੇ ਵਿੱਚ ਵੀ, IAS ਸਾਬਕਾ IAS ਹੋ, ਤੁਸੀਂ ਕੀ ਸਮਝਦੇ ਹੋ ਜਿਹੜੀ ਕੇਂਦਰ ਸਰਕਾਰ ਹੈ ਇਸ ਟਾਈਮ, ਉਹ ਕੋਈ ਡਿਸੀਜਨ ਕਿਉਂ ਨਹੀਂ ਕਰ ਪਾ ਰਹੀ? ਪਿਛਲੇ 4 ਮਹੀਨਿਆਂ ਤੋਂ ਕਿਸਾਨਾਂ ਨੂੰ ਖਰਾਬ ਕੀਤਾ ਜਾ ਰਿਹਾ, ਮਤਲਬ ਇਹਨੇ ਬਿੱਲਾਂ ਨੂੰ ਵਾਪਸ ਨਾ ਲੈਣ ਦੇ ਪਿੱਛੇ ਤੁਸੀਂ ਕੀ ਕਾਰਨ ਸਮਝਦੇ? ਦੇਖੋ, 2-3 ਕਾਰਨ ਹੈਗੇ ਆ। ਸਭ ਤੋਂ ਵੱਡੀ ਤਾਂ ਇੱਕ ਈਗੋ ਹੈਗੀ ਆ ਇੱਕ ਆਦਮੀ ਦੀ, ਜਿਹੜਾ ਕਿ ਆਪਣੇ ਆਪ ਨੂੰ ਬਹੁਤ ਵੱਡਾ ਸਮਝ ਰਿਹਾ ਹੈਗਾ। ਇਹ ਉਹਦਾ ਭੁਲੇਖਾ ਹੈਗਾ, ਕਿਉਂਕਿ ਲੋਕੀ ਜੇ ਸਰਕਾਰ ਚੁਣਦੇ ਆ ਤਾਂ ਲੋਕੀ ਸਰਕਾਰ ਲਾਉਣਾ ਵੀ ਜਾਣਦੇ ਆ। ਇਹ ਸੰਵਿਧਾਨਿਕ ਤਰੀਕਿਆਂ ਦੇ ਨਾਲ ਬਾਬਾ ਸਾਹਿਬ ਅੰਬੇਡਕਰ ਨੇ ਜੋ ਸੰਵਿਧਾਨ ਲਿਖਿਆ ਸੀਗਾ, ਉਹਦੇ ਮੁਤਾਬਕ ਸਰਕਾਰ ਚੁਣੀ ਗਈ ਆ। ਸਰਕਾਰ ਚੋਣਾਂ ਰਾਹੀਂ ਲੋਕੀ ਚੁਣਦੇ ਆ ਤੇ ਲੋਕੀ ਲਾਉਣਾ ਵੀ ਜਾਣਦੇ ਆ। ਬੜੀਆਂ ਸਰਕਾਰਾਂ ਆਈਆਂ ਤੇ ਬੜੀਆਂ ਗਈਆਂ, ਨੰਬਰ 1। ਨੰਬਰ 2 ਤੇ ਜਿਹੜੇ ਕਾਨੂੰਨ ਕਿਸਾਨੀ ਦੇ ਬਣਾਏ ਗਏ ਹੈਗੇ ਆ, ਇਹਨਾਂ ਤੋਂ ਵੀ ਭਿਆਨਕ ਕਾਨੂੰਨ ਲੇਬਰ ਸੰਬੰਧੀ ਬਣਾਏ ਗਏ ਹੈਗੇ ਆ। ਉਹਨਾਂ ਦੀ ਵੀ ਅੱਜ ਅਸੀਂ ਇੱਥੇ ਮਹਾਪੰਚਾਇਤ 'ਚ ਗੱਲ ਕਰਨੀ ਹੈ। ਲੇਕਿਨ ਜਿਹੜੇ ਕਿਸਾਨੀ ਦੇ ਕਾਨੂੰਨ ਹੈ, ਉਹ ਆਪਣਾ ਕਿਉਂ ਬਣਾਏ ਗਏ ਆ, ਔਰ ਕਰੋਨਾ ਦੇ ਦੌਰਾਨ ਆਰਡੀਨੈਂਸ ਲਿਆਂਦਾ ਗਿਆ ਤਾਂ ਬਣਾਏ ਗਏ ਆ। ਉਹਨਾਂ ਦੀ ਵਜ੍ਹਾ ਜਿਹੜੀ ਹੈਗੀ ਆ, ਉਹ ਹੈਗੀ ਆ ਕਿ ਕਾਰਪੋਰੇਟ ਘਰਾਣਿਆਂ ਦੇ ਹਿੱਤ ਦੇ ਵਾਸਤੇ, ਦੋਸਤੀ ਪੁਗਾਉਣ ਵਾਸਤੇ ਬਣਾਏ ਗਏ ਆ। ਉਹ ਘਰਾਣੇ, ਉਹ ਇਹੋ ਜਿਹੇ ਇਨਸਾਨ ਜਿਹੜੇ ਆਪਣਾ ਅਨਾਜ ਵਿੱਚ ਡੀਲ ਕਰ ਰਹੇ ਆ, ਉਹਨਾਂ ਦੀ ਜਿਹੜੇ ਟੈਂਟ ਲਾਉਂਦੇ ਹੁੰਦੇ ਸੀਗੇ, ਸਾਡੇ ਜਿੱਦਾਂ ਫੰਕਸ਼ਨ ਹੈ ਨਾ, ਟੈਂਟ ਦਾ ਕੰਮ ਕਰ ਰਿਹਾ ਕੋਈ ਬੰਦਾ, ਉਹ 15-20 ਸਾਲ ਪਹਿਲਾਂ ਟੈਂਟ ਲਾ ਰਿਹਾ ਸੀਗਾ ਗੌਤਮ ਅਡਾਨੀ। ਹੁਣ ਉਹਦੀ ਇੱਕ ਦਿਨ ਦੀ ਇਨਕਮ 435 ਕਰੋੜ ਰੁਪਏ ਇੱਕ ਦਿਨ ਦੀ ਇਨਕਮ ਹੈ। ਉਹ ਕਿਹਦੀ ਬਦੌਲਤ ਹੈ? ਕਿਉਂਕਿ ਆਪਣਾ ਸਾਡੇ ਕੁਝ ਜਿਹੜੇ ਕੇਂਦਰ ਸਰਕਾਰ ਦੇ ਜਿਹੜੇ ਵਜ਼ੀਰ ਹੈ, ਸਾਡੇ ਮਾਨਯੋਗ ਪ੍ਰਾਈਮ ਮਿਨਿਸਟਰ ਸਾਹਿਬ ਹੈ, ਉਹ ਉਹਨਾਂ ਨੂੰ ਕਦੇ ਰੇਲਾਂ ਵੇਚ ਰਹੇ ਆ, ਕਦੇ 에ਅਰਪੋਰਟ ਵੇਚ ਰਹੇ ਆ, ਕਦੇ ਬੰਦਰਗਾਹਾਂ ਵੇਚ ਰਹੇ ਆ, ਕਦੇ ਕੋਲ ਮਾਈਨ ਵੇਚ ਰਹੇ ਆ। ਇੱਕੋ ਬੰਦੇ ਨੂੰ ਵੇਚੀ ਜਾਂਦੇ ਆ। ਉਹ ਆਪੇ ਕਰੋੜ ਰੁਪਏ ਦੀ ਚੀਜ਼ 5 ਰੁਪਏ 'ਚ ਵੇਚ ਰਹੇ ਆ, ਉਹ ਅਮੀਰ ਹੋ ਰਿਹਾ ਆ। ਤੇ ਜਿਹੜੀ ਕਰੋਨਾ ਦੀ ਕਰਕੇ ਬੇਰੁਜ਼ਗਾਰ ਸਾਡੇ ਨੌਜਵਾਨ ਜਿਹੜੇ ਉਹਨਾਂ ਨੇ ਅਦਾਰੇ ਵੇਚੇ ਆ, ਮੈਂ ਤੁਹਾਨੂੰ ਦੱਸਦਾ 2014 ਤੋਂ ਲੈ ਕੇ ਹੁਣ ਤੱਕ 6 ਲੱਖ ਲੋਕਾਂ ਦੀ ਨੌਕਰੀ ਜਾ ਚੁੱਕੀ ਹੈ, ਜਿਹਦੇ ਵਿੱਚ ਪਛੜੀਆਂ ਸ਼੍ਰੇਣੀਆਂ ਦੇ ਵੀ 2 ਲੱਖ ਲੋਕ ਹੈ, ਸ਼ਡਿਊਲਡ ਕਾਸਟ ਸ਼ਡਿਊਲਡ ਟ੍ਰਾਈਬ ਲੋਕ ਵੀ 1.5 ਲੱਖ ਹੈ। ਜਿਹੜਾ ਅੱਗੇ ਤੋਂ ਉਹਨਾਂ ਨੂੰ ਭਰਤੀ ਹੋਣੀ ਸੀ ਬੱਚਿਆਂ ਦੀ, ਨੌਜਵਾਨਾਂ ਦੀ, ਉਹ ਖਤਮ ਹੋ ਗਈ ਆ। ਤੇ ਇਸ ਕਰਕੇ ਇਹ ਜਿਹੜੀ ਸਰਕਾਰ ਹੈ, ਇਹ ਜਿਹੜੇ ਇਹਦੇ ਕੱਪੜੇ ਉਤਾਰੇ ਜਾ ਰਹੇ ਆ, ਜੇ ਇੱਕ MLA ਦੇ ਉਤਾਰੇ ਗਏ ਆ, ਕੱਲ ਨੂੰ ਪਤਾ ਨਹੀਂ ਕਿੰਨਿਆਂ ਦੇ ਉਤਰਨੇ ਆ। ਮੈਂ ਬੇਨਤੀ ਕਰਦਾ ਹੈਗਾ ਕੇਂਦਰ ਸਰਕਾਰ ਨੂੰ ਔਰ ਵੱਡੇ ਨੇਤਾਵਾਂ ਨੂੰ, ਮਾਨਯੋਗ ਪ੍ਰਾਈਮ ਮਿਨਿਸਟਰ ਨੂੰ, ਬਹੁਤ ਇੱਜ਼ਤ ਦੀ ਹੁੰਦੀ ਹੈ ਪ੍ਰਾਈਮ ਮਿਨਿਸਟਰ ਦੀ। ਜਦੋਂ ਸਾਡਾ ਪ੍ਰਾਈਮ ਮਿਨਿਸਟਰ ਕਿਤੇ ਬਾਹਰਲੇ ਮੁਲਕਾਂ ਜਾਂਦਾ ਤਾਂ ਪੂਰੇ ਭਾਰਤ ਨੂੰ ਰਿਪਰੈਜ਼ੈਂਟ ਕਰਦਾ ਹੈ। ਉਹ ਪਾਰਟੀ ਦਾ ਨੁਮਾਇੰਦਾ ਨਹੀਂ ਹੈ, ਉਹ ਸਾਰੇ ਦੇਸ਼ ਦਾ ਨੁਮਾਇੰਦਾ ਆ। ਇਸ ਕਰਕੇ ਸਾਰੇ ਦੇਸ਼ ਦੇ ਕਿਸਾਨਾਂ ਦੀ, ਲੇਬਰ ਦੀ, ਸਾਰੇ ਜਿੰਨੇ ਅਸੀਂ ਭਾਰਤ ਵਾਸੀ 135 ਕਰੋੜ ਆਬਾਦੀ, ਸਾਰਿਆਂ ਦੀ ਸੁਰੱਖਿਆ, ਉਹਨਾਂ ਦੇ ਹਿੱਤ, ਉਹਨਾਂ ਦਾ ਰੋਜ਼ਗਾਰ, ਉਹਨਾਂ ਦੀ ਇੱਜ਼ਤ ਦੀ ਰੋਟੀ, ਸਭ ਦਾ ਜਿਹੜਾ ਜ਼ਿੰਮੇਵਾਰੀ ਹੈ, ਉਹ ਸਾਡੇ ਮਾਨਯੋਗ ਪ੍ਰਾਈਮ ਮਿਨਿਸਟਰ ਕੋਲ ਹੈ। ਡਾਕਟਰ ਸਾਹਿਬ, ਤੁਸੀਂ ਜਿਹੜੇ ਭਾਜਪਾ ਦੇ ਵਰਕਰ ਨੇ ਜਾਂ ਕਿਸੇ ਰਿਸਪੈਕਟਿਡ ਸੀਟਸ ਤੇ ਬੈਠੇ ਨੇ, ਜਾਂ MLA ਸਾਹਿਬਾਨ ਨੇ, ਵਿਧਾਇਕ ਨੇ, ਜਾਂ MP ਨੇ, ਕੋਈ ਉਹਨਾਂ ਨੂੰ ਕੋਈ ਰਾਏ ਦੇਣਾ ਚਾਹੁੰਦੇ ਹੋ? ਜਿੱਦਾਂ ਕੱਲ ਇੱਕ ਹਾਦਸਾ ਹੋ ਗਿਆ
ਵੀ ਅੱਗੇ ਤੋਂ ਇਹ ਨਾ ਹੋਵੇ, ਉਹਨਾਂ ਨੂੰ ਕੋਈ ਤੁਸੀਂ ਦੇਣਾ ਚਾਹੁੰਦੇ ਹੋ, ਸਲਾਹ ਦੇਣਾ ਚਾਹੁੰਦੇ ਹੋ? ਦੇਖੋ ਸਲਾਹ ਤਾਂ ਸਾਰੀ ਦੀ ਸਾਰੀ ਆਪਣਾ ਕੇਂਦਰ ਸਰਕਾਰ ਦੇ ਦੇਣ ਦੀ ਹੈਗੀ ਲੋੜ ਹੈ। ਜਿਹੜੇ ਸਾਡੇ ਆਪਣੇ ਮੰਨ ਲਓ ਸਟੇਟ ਦੇ ਮਾਨਯੋਗ ਕੋਈ ਆਪਣੇ MP ਹੈ ਜਾਂ MLA ਆ, ਉਹਨਾਂ ਦੇ ਵੱਸ ਤਾਂ ਕੁਝ ਨਹੀਂ ਹੈ। ਇੱਥੋਂ ਤੱਕ ਕਿ ਜਿਹੜੀ ਆਪਣੀ ਕੇਂਦਰ ਦੀ ਜਿਹੜੀ ਕੈਬਨਿਟ ਹੈ ਉਹਦੇ ਵੱਸ 'ਚ ਵੀ ਕੁਝ ਨਹੀਂ ਹੈ। 2 ਬੰਦਿਆਂ ਦੀ ਸਰਕਾਰ ਹੈ, ਉਹ ਜਦੋਂ ਫੈਸਲਾ ਲੈਣਗੇ, ਸਾਡੇ ਆਪਣਾ 11 ਮੀਟਿੰਗਾਂ ਕਿਸਾਨ ਭਰਾਵਾਂ ਨਾਲ ਕਰ ਚੁੱਕੇ ਆ, ਨਿਕਲਿਆ ਕੀ ਆ? ਕਿਉਂਕਿ ਉਹਨਾਂ ਕੋਲ ਪਾਵਰ ਹੀ ਕੋਈ ਨਹੀਂ ਹੈ। ਉਹ ਤਾਂ ਇੱਕ ਮੋਹਰੇ ਆ, ਚਾਹੇ ਜਿੱਥੇ ਮਰਜ਼ੀ ਇੱਧਰ ਉੱਧਰ ਆਉਂਦੇ ਆ, ਚਾਹ ਪੀਂਦੇ ਆ, ਲੰਚ ਕਰਦੇ ਆ ਤੇ ਚਲੇ ਜਾਂਦੇ ਆ। ਉਹਨਾਂ ਦੇ ਕੋਲ ਅਖਤਿਆਰ ਕੋਈ ਨਹੀਂ ਹੈ ਫੈਸਲਾ ਲੈਣ ਦਾ। ਜਦੋਂ ਤੱਕ ਪ੍ਰਾਈਮ ਮਿਨਿਸਟਰ ਖੁਦ ਨਹੀਂ ਉਹਨਾਂ ਨੂੰ ਕਹੇਗਾ ਜਾਂ ਆਪ ਨਹੀਂ ਬੈਠ ਕੇ ਕਿਸਾਨਾਂ ਨਾਲ ਗੱਲ ਕਰੇਗਾ, ਮਸਲੇ ਦਾ ਹੱਲ ਨਹੀਂ ਹੋਣਾ। ਉਹਨਾਂ ਨੇ ਇਸ ਟਾਈਮ ਉੱਘੇ ਸਮਾਜ ਸੇਵੀ ਤਰਨਜੀਤ ਨਿਮਾਣਾ ਜੁੜ ਚੁੱਕੇ ਨੇ, ਉਹਨਾਂ ਨੂੰ ਕੋਲ ਪੁੱਛਦੇ ਆ ਪਰ ਮਲੋੜ 'ਚ ਇੱਕ BJP ਦੇ ਵਿਧਾਇਕ ਨੂੰ ਕੁੱਟ ਪੈ ਗਈ ਹੈ, ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਜਿਸ ਤਰ੍ਹਾਂ ਕਿ ਸੰਯੁਕਤ ਕਿਸਾਨ ਮੋਰਚੇ ਨੇ, ਹੋਰ ਜਥੇਬੰਦੀਆਂ ਨੇ, ਤੇ ਦਾਸ ਵੀ ਇਸ ਗੱਲ ਦੀ ਨਿਖੇਧੀ ਕਰਦਾ ਕਿ ਜੋ ਹੋਇਆ ਉਹ ਵਿਰੋਧ ਕਰਨ ਦਾ ਤਰੀਕਾ ਹੋਰ ਵੀ ਬੜੇ ਸੀ, ਹਨਾ। ਕੱਪੜੇ ਵਿਰੋਧ ਕਰਨ ਤਰੀਕੇ ਤਾਂ ਹੋਰ ਸੀਗੇ, ਵਿਰੋਧ ਤਾਂ ਸਮਝਦੀ ਪਈ ਨਹੀਂ ਪਈ ਕੋਈ ਸੈਂਟਰ ਸਰਕਾਰ। ਵਿਰੋਧ ਤਾਂ 4 ਮਹੀਨੇ ਕਿਸਾਨ ਉੱਥੇ ਬੈਠੇ ਨੇ, ਵਿਰੋਧ ਨੂੰ ਕੌਣ ਸਮਝਦਾ? ਵਿਰੋਧ ਹੋਰ ਕਿੱਦਾਂ ਕੀਤਾ ਜਾਣਾ ਚਾਹੀਦਾ? ਬਸ ਠੀਕ ਹੈ, ਤੁਸੀਂ ਠੀਕ ਕਹਿ ਰਹੇ ਹੋ। ਇਹ ਹੁਣ ਇਹਦੀ ਦੋਸ਼ੀ ਵੀ ਸਰਕਾਰ ਹੀ ਆ, ਸੈਂਟਰ ਸਰਕਾਰ ਹੀ ਆ, ਤੇ ਇਹ ਤੇ ਤੁਹਾਨੂੰ ਅਜੇ ਪੰਜਾਬ 'ਚ ਦੇਖਣ ਨੂੰ ਮਿਲਿਆ। ਮੈਂ ਇਹ ਪਹਿਲਾਂ ਵੀ ਕਹਿੰਦਾ ਆ ਰਿਹਾ ਕਿ ਇਹੋ ਜਿਹਾ ਭਾਰਤ ਦੀ ਏਕਤਾ ਤੇ ਖੜਨਾ ਨੂੰ ਖਤਰਾ ਪੈਦਾ ਹੋ ਚੁੱਕਾ ਹੋਇਆ ਹੈ ਨਾ, ਕਿਉਂਕਿ ਇਹ ਭਾਰਤ ਦੇ ਹਰੇਕ ਨਾਗਰਿਕ ਵਾਸਤੇ ਮੌਤ ਦਾ ਫਤਵਾ ਹੈ, 3 ਕਾਲੇ ਕਾਨੂੰਨ, ਹੈ ਨਾ। ਭਾਰਤ ਇਸ ਟਾਈਮ ਜਾਗ ਚੁੱਕਿਆ। ਸੋ ਇਹ ਤੁਹਾਨੂੰ ਪੰਜਾਬ 'ਚ ਦੇਖਿਆ, ਹੁਣ ਤੁਹਾਨੂੰ ਇਹ ਹੌਲੀ ਹੌਲੀ ਇਹ ਅੱਗੋਂ ਕੋਈ ਫੈਲਦਾ ਪੂਰੇ ਭਾਰਤ 'ਚ ਵੀ ਇਸ ਤਰ੍ਹਾਂ ਹੀ BJP ਦੇ ਲੋਕ ਇਹ ਕੱਪੜੇ ਲਾਉਣਗੇ, ਕਿਉਂਕਿ ਜਨ ਲੋਕ ਲਹਿਰ ਖੜੀ ਹੋ ਚੁੱਕੀ ਹੈ। ਇਹ ਸਰਕਾਰ ਨੂੰ ਸੋਚਣਾ ਚਾਹੀਦਾ ਹੈ, ਜਿੰਨਾ ਛੇਤੀ ਸੋਚ ਲਏਗੀ ਤੇ ਉਨਾ ਹੀ ਭਲਾ। ਔਰ ਐਕਸ਼ਨ ਕੀ ਹੋ ਸਕਦਾ ਹੋਰ ਇਸ ਤੋਂ ਇਲਾਵਾ ਜੀ? ਜਿਹੜੇ ਕਿਸਾਨ ਬਹੁਤ ਜ਼ਿਆਦਾ ਗੁੱਸੇ ਨੇ, ਕਿਸਾਨ ਹੋਰ ਇਸ ਤੋਂ ਇਲਾਵਾ ਹੋਰ ਕੀ ਕਰ ਸਕਦੇ ਨੇ? ਸਰ, ਕਿਸਾਨ ਨਹੀਂ ਗੁੱਸੇ 'ਚ ਹੈਗੇ, ਭਾਰਤ ਦਾ ਹਰ ਨਾਗਰਿਕ ਗੁੱਸੇ 'ਚ ਆ, ਕਿਉਂਕਿ ਇਹ ਕਿਸਾਨਾਂ ਦਾ ਅੰਦੋਲਨ ਨਹੀਂ ਰਿਹਾ। ਮੈਂ ਕਿਸਾਨ ਨਹੀਂ ਹੈਗਾ, ਮੇਰੇ ਮਨ 'ਚ ਰੋਹ ਹੈ, ਮੈਂ ਵੀ ਰੋਟੀ ਖਾਣਾ, ਮੇਰੇ ਵੀ ਬੱਚੇ ਆ, ਮੈਂ ਕੱਲ ਨੂੰ ਕਿੱਥੋਂ 500 ਕਿਲੋ ਆਟਾ ਲਾਂਗਾ? ਪੰਜਾਬ ਦਾ ਕਿਸਾਨ 50 ਤੋਂ 60% ਅੰਨ ਪੈਦਾ ਕਰਦਾ। ਇਹ ਉਹ ਕਿਸਾਨ ਹੈ, ਇਹ ਦੇਸ਼ ਦਾ ਉਹ ਅੰਨਦਾਤਾ ਹੈ। ਜਦੋਂ ਭਾਰਤ ਆਜ਼ਾਦ ਹੋਇਆ ਸੀ ਤੇ ਉਦੋਂ ਇਹ ਅੰਨ ਅਸੀਂ ਬਾਹਰੋਂ ਖਰੀਦਦੇ ਸੀ, ਤੇ ਹੁਣ ਇਹਨਾਂ ਨੇ ਪੈਦਾ ਕਰਕੇ ਅੱਜ ਦੇਸ਼ ਦੀ ਜਿਹੜੀ GDP ਖੜੀ ਹੈ ਉਹ ਕਿਸਾਨਾਂ ਦੇ ਸਿਰ ਤੇ ਖੜੀ ਹੈ। ਜੇ ਪੰਜਾਬ ਦਾ ਕਿਸਾਨ ਤੁਸੀਂ ਕੰਗਾਲ ਕਰਤਾ, ਉਹਦੇ ਕੋਲ ਪੈਸੇ ਹੀ ਨਾ ਰਹੇ, ਤੇ ਉਹ ਸ਼ਹਿਰਾਂ 'ਚ ਮਾਲ ਖਰੀਦਣ ਨਹੀਂ ਜਾਏਗਾ ਦੁਕਾਨਦਾਰਾਂ ਕੋਲੋਂ, ਕਿਉਂਕਿ ਉਹਨਾਂ ਦਾ ਪੈਸਾ ਸਰਕੂਲੇਟ ਹੁੰਦਾ ਸਾਰੇ ਪੰਜਾਬ ਦੇ ਵਿੱਚ, ਸ਼ਹਿਰਾਂ ਦੇ ਵਿੱਚ। ਜੇ ਫੈਕਟਰੀਆਂ ਚੱਲਦੇ, ਦੁਕਾਨਦਾਰ ਚੱਲਦੇ, ਜੇ ਦੁਕਾਨਦਾਰ ਵਿਹਲਾ ਤਾਂ ਆਟੋਮੈਟਿਕਲੀ ਜਿੱਥੋਂ ਪ੍ਰੋਡਕਟ ਬਣਦਾ ਉਹ ਵੀ ਵਿਹਲਾ। ਸੋ ਇਸ ਕਰਕੇ ਇਹ ਲੋਕ ਲਹਿਰ ਜਨ ਲੋਕ ਖੜੀ ਸੀ। ਪੁੱਛਣ ਦਾ ਸਵਾਲ ਦਾ ਮਤਲਬ ਨਿਮਾਣਾ ਇਹ ਮੈਨੂੰ ਦੱਸੋ ਸਿਰਫ ਹੀ ਜਿਹੜਾ ਮਲੋੜ 'ਚ ਕਾਂਡ ਹੋਇਆ ਹੈ, ਇਸ ਤੋਂ ਇਲਾਵਾ ਹੋਰ ਵੀ ਕਾਂਡ ਹੋ ਸਕਦੇ ਨੇ? ਬਿਲਕੁਲ, ਮੈਂ ਤੁਹਾਨੂੰ ਦੱਸਿਆ ਕਿ ਇਹ ਤੁਹਾਨੂੰ ਪੰਜਾਬ 'ਚ ਦੇਖਣ ਨੂੰ ਮਿਲਿਆ। ਇਹ ਲੋਕ ਲਹਿਰ, ਲੋਕਾਂ ਦਾ ਰੋਹ ਹੈ, ਹਨਾ। ਇਹ ਭਾਰਤ ਵਾਸੀਆਂ ਰੋਹ ਹੈ, ਤੁਹਾਨੂੰ ਪੂਰੇ ਭਾਰਤ 'ਚ ਵੇਖਣ ਨੂੰ ਮਿਲੇਗਾ ਆਉਣ ਵਾਲੇ ਸਮੇਂ 'ਚ। ਇਹ ਸਰਕਾਰ ਨੂੰ ਇਹ ਤੇ ਤੁਰੰਤ ਇਹਨਾਂ ਨੂੰ ਕਾਲੇ ਕਾਨੂੰਨ ਵਾਪਸ ਲੈ ਕੇ ਕਿਸਾਨਾਂ ਨੂੰ ਖੁਸ਼ੀ-ਖੁਸ਼ੀ ਘਰ ਭੇਜਣ। ਅਸੀਂ ਇਸ ਟਾਈਮ ਲੁਧਿਆਣਾ ਵਿੱਚ ਹੋ ਰਹੀ ਮਹਾ ਪੰਚਾਇਤ ਵਿੱਚ ਖੜੇ ਸੀ, ਜਿੱਥੇ ਵੱਖ-ਵੱਖ ਆਗੂਆਂ ਦੀ ਜਿਹੜੀ ਨਜ਼ਰੀਆ ਉਹ ਕੱਲ ਮਲੋੜ ਦੇ ਹੋਏ ਕਾਂਡ ਵਿੱਚ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਇੱਕ BJP ਵਿਧਾਇਕ ਨੂੰ ਜਿਹੜੇ ਕੁੱਟੇ ਹੋਏ ਗੱਲ ਕਾਲਕ ਪੋਤੀ ਗਈ ਹੈ, ਉਹਨਾਂ ਨੇ ਕੱਪੜੇ ਪਾੜ ਦਿੱਤੇ ਗਏ। ਇਹ ਸਰਾਸਰ ਇਹ ਸਾਬਤ ਕਰਦਾ ਹੈ ਕਿ BJP ਪਾਰਟੀ ਤੇ ਕੇਂਦਰ ਸਰਕਾਰ ਖਿਲਾਫ ਲੋਕਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਸਿਰਫ ਇਸ ਟਾਈਮ ਕਿਸਾਨਾਂ ਦਾ ਮੁੱਦਾ ਨਹੀਂ ਰਹਿ ਰਿਹਾ, ਇਹ ਪੂਰੇ ਦੇਸ਼ ਦਾ ਮੁੱਦਾ ਬਣ ਰਿਹਾ ਹੈ। ਇੱਕ ਆਮ ਜਿਹੜਾ ਸੋਸ਼ਲ ਵਰਕਰ ਵੀ ਹੈ, ਉਹ ਵੀ ਕਿਸਾਨ ਆਪਣੇ ਜਿਹੜੇ ਕਿਸਾਨਾਂ ਦੇ ਹੱਕ ਵਿੱਚ ਉਤਰ ਆਏ ਨੇ, ਪਲੱਸ ਉਹਨਾਂ ਕਿਸਾਨਾਂ ਨੂੰ ਹੱਕ ਸਾਥ ਦੇਣ ਨੂੰ ਪੂਰੀ ਤਰ੍ਹਾਂ ਤਿਆਰ ਹਨ। ਇਹ ਹੁਣ ਆਉਣ ਵਾਲਾ ਟਾਈਮ ਦੱਸੂਗਾ। ਜਿਹੜਾ ਕੱਲ ਇੱਕ ਜਿਹੜਾ ਕਾਂਡ ਹੋ ਗਿਆ ਮਲੋੜ ਵਿੱਚ, MLA ਸਾਹਿਬ ਨੂੰ ਕੁੱਟ ਪੈ ਗਈ ਹੈ, ਅੱਗੇ ਤੋਂ ਹੋਰ ਕਿਸਾਨ ਇਸ ਤੋਂ ਜ਼ਿਆਦਾ ਹੋਰ ਕੀ ਰੁੱਖ ਇਖਤਿਆਰ ਕਰ ਸਕਦੇ ਨੇ, ਇਹ ਆਉਣ ਵਾਲਾ ਸਮਾਂ ਹੀ ਦੱਸੂਗਾ। ਲੁਧਿਆਣਾ ਤੋਂ ਕੈਮਰਾ ਪਰਸਨ ਬੋਬੀ ਦੇ ਨਾਲ ਹਰਸ਼ ਕੁਮਾਰ, ਖਬਰ ਜਨਪਰ।